ਆਪ ਸਭ ਦਾ ਸਵਾਗਤ ਹੈ ਜੀ ਆਪਣੇ ਜੈਮ ਸਟੱਡੀ ਚੈਨਲ 'ਤੇ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਅੱਜ ਆਪਾਂ ਹਿਸਟਰੀ ਦਾ 3rd ਲੈਕਚਰ ਕਰਨ ਜਾ ਰਹੇ ਹਾਂ, ਜਿਸ ਵਿੱਚ ਜੈਨ ਧਰਮ ਦੇ ਬਾਰੇ ਜਾਣਕਾਰੀ ਹੈ ਜਿਹੜੀ ਦਿੱਤੀ ਜਾਵੇਗੀ। ਆਸ ਹੈ ਕਿ ਤੁਹਾਨੂੰ ਜਿਹੜੀ ਕਲਾਸ ਆ ਉਹ ਵਧੀਆ ਲੱਗੇਗੀ। ਸੋ ਆਪਾਂ ਹੁਣ ਬਹੁਤਾ ਟਾਈਮ ਨਾ ਲਗਾਉਂਦੇ ਹੋਏ ਅੱਜ ਦੀ ਜੋ ਕਲਾਸ ਹੈ ਉਹ ਸਟਾਰਟ ਕਰਦੇ ਹਾਂ। ਹਾਂਜੀ, ਅੱਜ ਆਪਾਂ ਗੱਲ ਕਰਾਂਗੇ ਜੈਨ ਧਰਮ ਦੇ ਬਾਰੇ, ਜਿਸ ਦੇ ਬਾਰੇ PSTET ਮਾਸਟਰ ਕੇਡਰ ਅਤੇ CTET ਦੇ ਵਿੱਚ ਹਮੇਸ਼ਾ ਜਿਹੜੇ ਕੁਐਸਚਨ ਹੈ ਪੁੱਟ ਕੀਤੇ ਜਾਂਦੇ ਆ। ਸੋ ਪਹਿਲਾਂ ਜੀ ਹੋਂਦ ਸੀ ਇਹਦੀ ਵੈਦਿਕ ਕਾਲ ਤੋਂ ਹੀ। ਕੁੱਲ ਤੀਰਥੰਕਰ ਹੋਏ ਆ ਜੈਨ ਧਰਮ ਦੇ 24। ਪਹਿਲੇ ਤੀਰਥੰਕਰ ਸੀ ਉਹ ਸੀ ਰਿਸ਼ਭ ਦੇਵ। ਤੀਰਥੰਕ ਦਾ ਜਿਹੜਾ ਤੀਰਥੰਕਰ ਹੈ ਇਹਦੇ ਵਿੱਚ 24 ਤੀਰਥੰਕਰ ਮੰਨੇ ਗਏ ਆ ਜੈਨ ਧਰਮ ਦੇ ਵਿੱਚ। ਤਾਂ ਉਹਦਾ ਮਤਲਬ ਕੀ ਹੁੰਦਾ? ਸਤਿਗੁਰ ਜਾਂ ਮਹਾਂਪੁਰਸ਼। ਪਹਿਲੇ ਜਿਹੜੇ ਤੀਰਥੰਕਰ ਹੈ ਉਹ ਹਨ ਜੀ ਰਿਸ਼ਭ ਦੇਵ। ਸਭ ਤੋਂ ਪਹਿਲਾਂ ਆਪਾਂ ਰਿਸ਼ਭ ਦੇਵ ਦੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਪ੍ਰਾਪਤ ਕਰਾਂਗੇ। ਉਹਨਾਂ ਦਾ ਜਿਹੜਾ ਜਨਮ ਸੀ ਅਯੋਧਿਆ ਵਿੱਚ ਹੋਇਆ। ਰਾਜਾ ਸਨ ਅਤੇ ਜਿਹੜੇ ਪ੍ਰਜਾ ਸੀ ਉਹਦੇ ਕਲਿਆਣ ਦੇ ਲਈ ਕੰਮ ਕਰਦੇ ਸੀ। ਰਾਜ ਪਾਠ ਸੀ ਜਿਹੜਾ ਆਪਣੇ ਪੁੱਤਰ ਭਰਤ ਨੂੰ ਸੌਂਪਿਆ, ਕਿਉਂਕਿ ਉਹ ਜੰਗਲ ਦੇ ਵਿੱਚ ਗਿਆਨ ਦੀ ਪ੍ਰਾਪਤੀ ਦੇ ਲਈ ਚਲੇ ਗਏ ਸੀ। ਸੋ ਇਹ ਤਾਂ ਪਹਿਲੇ ਤੀਰਥੰਕਰ ਸੀ ਜੀ ਰਿਸ਼ਭ ਦੇਵ ਜੈਨ ਧਰਮ ਦੇ। ਇਸ ਤੋਂ ਬਿਨਾਂ 23ਵੇਂ ਜਿਹੜੇ ਤੀਰਥੰਕਰ ਸੀ ਉਹ ਸੀ ਜੀ ਪਾਰਸ਼ਵਨਾਥ। ਜੈਨ ਧਰਮ ਨੂੰ ਆਧੁਨਿਕ ਇਹਨਾਂ ਨੇ ਰੂਪ ਦਿੱਤਾ। ਜੈਨ ਧਰਮ ਦੇ ਕਹਿੰਦੇ ਅਸਲੀ ਬਾਨੀ ਮੰਨਿਆ ਜਾਂਦਾ ਇਹਨਾਂ ਨੂੰ, ਪਾਰਸ਼ਵਨਾਥ ਨੂੰ। ਇਹ ਕਿਹਨੇ ਕਿਹਾ ਸੀ? ਜੈਕੂਬੀ ਨੇ ਕਿਹਾ ਸੀ ਕਿ ਵੀ ਜਿਹੜੇ ਜੈਨ ਧਰਮ ਦੇ ਅਸਲੀ ਬਾਨੀ ਸੀ ਉਹ ਸੀ ਪਾਰਸ਼ਵਨਾਥ ਜੀ। ਜਨਮ ਹੋਇਆ ਸੀ ਮਹਾਵੀਰ ਸਵਾਮੀ ਤੋਂ 250 ਸਾਲ ਪਹਿਲਾਂ, 250 ਸਾਲ ਪਹਿਲਾਂ। ਕਸ਼ੱਤਰੀ ਵੰਸ਼ ਨਾਲ ਸੰਬੰਧ ਰੱਖਦੇ ਸੀ। ਘਰ ਤਿਆਗਿਆ ਸੀ ਇਹਨਾਂ ਨੇ 30 ਸਾਲ ਦੀ ਉਮਰ ਦੇ ਵਿੱਚ। ਤਪੱਸਿਆ 83 ਦਿਨ ਕੀਤੀ। 84ਵੇਂ ਦਿਨ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ। ਕਿੱਥੇ? ਸੁਮੇਧ ਪਰਬਤ ਗੁਜਰਾਤ ਦੇ ਵਿੱਚ। ਇਹਨਾਂ ਦੇ ਜਿਹੜੇ ਮਾਤਾ ਸੀ ਉਹਦਾ ਨਾਂ ਸੀ ਬਾਮਾ, ਪਤਨੀ ਸੀ ਪ੍ਰਭਾਵਤੀ। ਹੁਣ ਜੀ ਇੱਥੇ ਧਿਆਨ ਦੇਣ ਵਾਲੇ ਜਿਹੜੇ ਪਹਿਲੇ ਤੀਰਥੰਕਰ ਸੀ ਉਹ ਰਿਸ਼ਭ ਦੇਵ ਸੀ। ਜਨਮ ਉਹਨਾਂ ਦਾ ਅਯੋਧਿਆ 'ਚ ਸੀ। ਰਾਜਾ ਸੀਗੇ ਅਤੇ ਪ੍ਰਜਾ ਲਈ ਕੰਮ ਕਰਦੇ ਸੀ। ਰਾਜ ਪਾਠ ਉਹਨਾਂ ਨੇ ਆਪਣਾ ਜਿਹੜਾ ਸੌਂਪ ਦਿੱਤਾ ਸੀ ਆਪਣੇ ਬੇਟੇ ਭਰਤ ਨੂੰ, ਕਿਉਂਕਿ ਉਹ ਕਿਤੇ ਚਲੇ ਸੀ ਗਿਆਨ ਦੀ ਪ੍ਰਾਪਤੀ ਲਈ। ਜਿਹੜੇ 23ਵੇਂ ਤੀਰਥੰਕਰ ਸੀ ਪਾਰਸ਼ਵਨਾਥ, ਇਹ ਸੀ ਇਹਨਾਂ ਨੇ ਆਧੁਨਿਕ ਰੂਪ ਦਿੱਤਾ। ਜੈਕੂਬੀ ਹੈ ਜਿਹੜਾ ਉਹ ਇਹਨੂੰ ਅਸਲੀ ਬਾਨੀ ਮੰਨਦਾ। ਕਾਸੀ ਦੇ ਜਿਹੜੇ ਰਾਜੇ ਸੀ ਅਸਵਸੇਨ ਸੀ, ਉਹਨਾਂ ਦਾ ਬੇਟਾ ਸੀ ਇਹ। ਕਾਸੀ ਦਾ ਰਾਜਾ ਸੀਗੇ ਅਸਵਸੇਨ, ਉਹਨਾਂ ਦਾ ਬੇਟਾ ਸੀ। 250 ਸਾਲ ਪਹਿਲਾਂ ਹੋਏ ਮੰਨੇ ਜਾਂਦੇ ਆ ਇਹ। ਕਸ਼ੱਤਰੀ ਵੰਸ਼ ਸੀ। 30 ਸਾਲ ਦੀ ਉਮਰ ਵਿੱਚ ਇਹਨਾਂ ਨੇ ਉਹਦਾ ਘਰ ਤਿਆਗਿਆ ਸੀ, ਤਪੱਸਿਆ ਕਰਨ ਲਈ ਚਲੇ ਗਏ ਸੀ। 84ਵੇਂ ਦਿਨ ਇਹਨਾਂ ਨੂੰ ਗਿਆਨ ਦੀ ਪ੍ਰਾਪਤ ਹੋਈ ਸੀ। 83 ਦਿਨ ਇਹਨਾਂ ਨੇ ਤਪੱਸਿਆ ਕੀਤੀ ਸੀ। ਜਿਹੜੀ ਇਹਨਾਂ ਦੀ ਮਾਤਾ ਸੀ ਉਹਦਾ ਨਾਂ ਸੀ ਬਾਮਾ, ਪਤਨੀ ਸੀ ਪ੍ਰਭਾਵਤੀ। ਅਤੇ ਇੱਥੇ ਜਿਹੜੀ ਗੱਲ ਨੋਟ ਕਰਨ ਵਾਲੀ ਆ, ਇਹਨਾਂ ਨੇ 4 ਮੁੱਖ ਉਦੇਸ਼ ਦਿੱਤੇ ਸੀਗੇ, ਜਿਨ੍ਹਾਂ ਨੂੰ ਆਪਾਂ 4 ਵਰਤ ਵੀ ਕਹਿ ਲੈਂਦੇ ਹਾਂ। ਅਤੇ 4 ਦੇ ਮੁੱਖ ਨਿਯਮ ਕਹਿ ਲਓ ਜਾਂ ਵਰਤ ਕਹਿ ਲਓ। ਪਹਿਲਾ ਸੀ ਅਹਿੰਸਾ ਦਾ ਪਾਲਣਾ ਕਰਨਾ, ਮੀਨਜ਼ ਅਹਿੰਸਾ। ਦੂਸਰਾ ਸੀ ਸੱਚ ਬੋਲੋ, ਜਿਹਨੂੰ ਆਪਾਂ ਸੱਤਿਆ ਵੀ ਕਹਿ ਦਿੰਦੇ ਹਾਂ। ਚੋਰੀ ਨਾ ਕਰੋ, ਅਸੱਤਿਆ। ਅਤੇ ਜਾਇਦਾਦ ਨਾ ਰੱਖੋ, ਅਪਰਗ੍ਰਹਿ। ਜਾਇਦਾਦ ਨਾ ਰੱਖੋ ਦਾ ਮਤਲਬ ਇੱਥੇ ਇਹ ਹੈ ਕਿ ਉਨੀ ਕੁ ਜਾਇਦਾਦ ਰੱਖੋ ਜਿੰਨੀ ਕੁ ਨਾਲ ਤੁਹਾਡਾ ਗੁਜ਼ਾਰਾ ਹੋ ਜਾਂਦਾ। ਨੈਕਸਟ ਜੀ ਆਪਾਂ ਗੱਲ ਕਰੀਏ ਬਾਕੀ ਤੀਰਥੰਕਰ ਜੋ ਬਹੁਤ ਹੀ ਇੰਪੋਰਟੈਂਟ ਨੇ। 21ਵੇਂ ਤੀਰਥੰਕਰ ਹੋਏ ਜੀ ਨੇਮੀਨਾਥ। 22ਵੇਂ ਅਰਸ਼ਟਨੇਮੀ ਹੋਏ ਆ। 20ਵੇਂ ਹੋਇਆ ਜੀ ਮੁਨੀਸ਼ਟਵਾਰ। 18ਵੇਂ ਮੂਲਿਆਨਾਥ। ਹੁਣ ਆਪਾਂ ਗੱਲ ਕਰੀਏ ਜੈਨ ਧਰਮ ਦੇ 24ਵੇਂ ਤੀਰਥੰਕਰ ਦੀ, ਜੋ ਲਾਸਟ ਵਾਲੇ ਸੀ ਅਤੇ ਬਹੁਤ ਹੀ ਜਿਹੜੇ ਮਹੱਤਵਪੂਰਨ ਹੈ। ਅਤੇ ਉਹਨਾਂ ਦੇ ਸਮੇਂ ਜਿਹੜਾ ਜੈਨ ਧਰਮ ਆ ਉਹ ਸਿਖਰਾਂ 'ਤੇ ਪਹੁੰਚ ਗਿਆ। ਉਹ ਸੀ ਜੀ ਮਹਾਵੀਰ ਸਵਾਮੀ, ਜੋ 91ਵੇਂ ਤੀਰਥੰਕਰ ਸੀ। 24ਵੇਂ ਮਹਾਵੀਰ ਜਿਹੜੇ ਸੀਗੇ ਉਹਨਾਂ ਦਾ ਨਾਮ ਸੀ ਬਚਪਨ ਦਾ ਵਰਧਮਾਨ। ਜਨਮ ਹੋਇਆ ਕੁੰਡਗ੍ਰਾਮ ਵਿਸ਼ਾਲੀ ਦੇ ਵਿੱਚ, ਜੋ ਕਿ ਬਿਹਾਰ ਵਿੱਚ ਆ। ਅੱਜ ਕੱਲ੍ਹ ਮੁਜ਼ੱਫਰਗੜ੍ਹ ਦੇ ਵਿੱਚ ਆ ਕੁੰਡਗ੍ਰਾਮ। ਇਹਨਾਂ ਦਾ ਜਿਹੜਾ ਜਨਮ ਆ ਉਹ 599 BC ਵੀ ਮੰਨ ਲਿਆ ਜਾਂਦਾ ਅਤੇ 540 BC ਵੀ। ਜਾਂਤਰਿਕਾ ਕਾਲ ਵਿੱਚ ਹੋਏ। ਪਿਤਾ ਸੀ ਇਹਨਾਂ ਦੇ ਸਿਧਾਰਥ, ਮੁਖੀ ਸੀ ਜਾਂਤਰਿਕਾ ਕਬੀਲੇ ਦੇ। ਮਾਤਾ ਸੀ ਤ੍ਰਿਸ਼ਲਾ ਜਾਂ ਤ੍ਰਿਸ਼ਲਾ ਦੇਵੀ ਕਹਿ ਲਓ।
ਇਹਨਾਂ ਦੇ ਜਿਹੜੇ ਮਾਤਾ ਜੀ ਸੀ ਉਹ ਸੀ ਜੀ ਲਿਸ਼ਵੀ ਵੰਸ਼ ਦੇ ਰਾਜਕੁਮਾਰ ਪ੍ਰਿੰਸ ਚੇਤਕ ਦੀ ਭੈਣ ਸੀ। ਲਿਸ਼ਵੀ ਵੰਸ਼ ਦਾ ਜਿਹੜਾ ਰਾਜਕੁਮਾਰ ਸੀ ਪ੍ਰਿੰਸ ਚੇਤਕ, ਉਹਦੀ ਭੈਣ ਸੀਗੇ ਇਹਨਾਂ ਦੇ ਮਾਤਾ ਜੀ। ਵਿਸ਼ਾਲੀ 'ਚ ਸੀ ਇਹਨਾਂ ਦਾ ਰਾਜ ਸੀ ਜਿਹੜਾ। ਅਤੇ ਸਮਰਵੀਰ ਇਹਨਾਂ ਦੀ ਮਾਤਾ ਸੀ, ਉਹਨਾਂ ਦੇ ਪਿਤਾ ਜੀ ਦਾ ਨਾਮ ਸੀ ਸਮਰਵੀਰ, ਰਾਜੇ ਸੀਗੇ ਉਹ ਲਿਸ਼ਵੀ ਵੰਸ਼ ਦੇ। ਉਹਨਾਂ ਦੀ ਪੁੱਤਰੀ ਸੀਗੇ ਇਹਨਾਂ ਦੇ ਮਾਤਾ ਜੀ। ਵਿਆਹ ਹੋਇਆ ਸੀ ਜੀ ਇਹਨਾਂ ਦਾ ਜਸ਼ੋਦਾ ਦੇ ਨਾਲ। ਪੁੱਤਰੀ ਸੀ ਅਨੋਜਾ ਪ੍ਰਿਯਦਰਸ਼ਨੀ, ਜਾਂ ਪ੍ਰਿਯਦਰਸ਼ਨੀ ਵੀ ਕਹਿ ਦਿੰਦੇ ਆ। ਪੁੱਤਰੀ ਸੀ ਜਿਹੜੀ ਇਹਨਾਂ ਦੀ ਅਨੋਜਾ ਪ੍ਰਿਯਦਰਸ਼ਨੀ, ਉਹਨਾਂ ਦਾ ਵਿਆਹ ਹੋਇਆ ਸੀ ਜਮਾਲੀ ਨਾਲ, ਜਿਹਨੂੰ ਜਾਮਿਲ ਵੀ ਬੋਲ ਦਿੱਤਾ ਜਾਂਦਾ ਹੈ। ਸਭ ਤੋਂ ਪਹਿਲਾਂ ਪਰਿਵਾਰ ਛੱਡਿਆ ਇਹਨਾਂ ਨੇ 30 ਸਾਲ ਦੀ ਉਮਰ ਵਿੱਚ। ਜਦੋਂ 30 ਸਾਲ ਦੇ ਹੋ ਗਏ ਤਾਂ ਇਹਨਾਂ ਨੇ ਪਰਿਵਾਰ ਛੱਡਿਆ। ਉਹ ਜਦੋਂ ਇਹਨਾਂ ਦਾ ਮਾਤਾ ਪਿਤਾ ਦਾ ਦੇਹਾਂਤ ਹੋ ਗਿਆ, ਉਸ ਤੋਂ ਪਿੱਛੋਂ ਆਪਣਾ ਜਿਹੜਾ ਭਰਾ ਸੀ ਇਹਨਾਂ ਦਾ ਨੰਦੀ ਵਰਮਨ, ਉਹਦੇ ਨਾਲ ਸਲਾਹ ਵੀ ਕਰੀ ਸੀ ਇਹਨਾਂ ਨੇ। ਤਪੱਸਿਆ ਜਿਹੜੀ ਕਰੀ ਇਹਨਾਂ ਨੇ ਕੈਵਲਿਆ ਜਿਹਨੂੰ ਆਪਾਂ ਕਹਿ ਲਈਏ ਕੈਵਲਿਆ ਦੀ ਪ੍ਰਾਪਤੀ, ਗਿਆਨ ਦੀ ਪ੍ਰਾਪਤੀ ਜਿਹਦਾ ਮਤਲਬ ਹੁੰਦਾ, ਇਹ ਹੋਇਆ ਜੀ ਇਹਨਾਂ ਨੂੰ ਪ੍ਰਾਪਤ ਜੰਬਿਕਾ ਗ੍ਰਾਮ ਵਿਸਾਖ ਦੀ 10ਵੀਂ ਨੂੰ। ਜੰਬਿਕਾ ਗ੍ਰਾਮ ਵਿਸਾਖ ਦੀ 10ਵੀਂ ਨੂੰ ਉੱਥੇ ਇਹਨਾਂ ਨੇ ਤਪੱਸਿਆ ਕੀਤੀ ਸੀ। ਰਿਜੋਪਾਲਿਕਾ ਨਦੀ ਸੀਗੀ ਉਹਦੇ ਕਿਨਾਰੇ 'ਤੇ। ਜਿਹੜੇ ਦਰੱਖਤ ਥੱਲੇ ਬੈਠ ਕੇ ਇਹਨਾਂ ਨੇ ਤਪੱਸਿਆ ਕਰੀ ਸੀ ਜੀ, ਉਹ ਸੀ ਸਾਲ ਦਾ ਦਰੱਖਤ। ਉਮਰ ਉਦੋਂ ਇਹਨਾਂ ਦੀ ਸੀ 42 ਸਾਲ। ਇਹਨਾਂ ਨੂੰ ਗਿਆਨ ਪ੍ਰਾਪਤ ਕਰਨ ਲਈ ਸਮਾਂ ਲੱਗਿਆ 12 ਸਾਲ 5 ਮਹੀਨੇ ਅਤੇ 15 ਦਿਨ। ਗਿਆਨ ਪ੍ਰਾਪਤੀ ਬਾਅਦ ਇਹ ਜੈਨ ਅਖਵਾਏ, ਇਹਨਾਂ ਨੂੰ ਜੈਨ ਕਿਹਾ ਗਿਆ, ਜਿਨ੍ਹਾਂ ਦਾ ਭਾਵ ਸੀ ਇੰਦਰੀਆਂ ਦਾ ਜੇਤੂ। ਜੇ ਆਪਾਂ ਗੱਲ ਕਰੀਏ ਕਿ ਇਹਨਾਂ ਦੇ ਸਭ ਤੋਂ ਪਹਿਲਾਂ ਜਿਹੜੇ ਚੇਲੇ ਬਣੇ ਸੀ ਉਹ ਸੀ ਜਮਾਲੀ, ਇਹਨਾਂ ਦੇ ਜਵਾਈ ਬਣੇ ਸੀ। ਅਤੇ ਇੱਕ ਹੋਰ ਗੱਲ ਨੋਟ ਕਰਨ ਵਾਲੀ, ਇਹਨਾਂ ਦੇ ਪਹਿਲੇ ਵਿਰੋਧੀ ਵੀ ਸੀ ਜਿਹੜੇ, ਉਹ ਕੌਣ ਸੀ? ਜਮਾਲੀ ਹੀ ਸੀ, ਜਾਮਿਲ ਇਹਨਾਂ ਦੇ ਜਵਾਈ। ਹੁਣ ਆਪਾਂ ਗੱਲ ਕਰਾਂਗੇ ਜੀ ਸਿੱਖਿਆਵਾਂ ਬਾਰੇ। ਇਹ ਉਹਨਾਂ ਦੇ ਮੁੱਢਲੇ ਜੀਵਨ ਬਾਰੇ ਉਹਨਾਂ ਦੀ ਜਾਣਕਾਰੀ ਸੀ ਕਿ ਉਹਨਾਂ ਦੇ ਮਾਤਾ ਪਿਤਾ ਕੌਣ ਸੀ, ਕਿੱਥੇ ਉਹਨਾਂ ਨੇ ਗਿਆਨ ਦੀ ਪ੍ਰਾਪਤੀ ਕੀਤੀ। ਅਤੇ ਹੁਣ ਆਪਾਂ ਉਹਨਾਂ ਦੀਆਂ ਸਿੱਖਿਆਵਾਂ ਕੀ ਸੀਗੀਆਂ ਉਹਨਾਂ ਬਾਰੇ ਚਰਚਾ ਕਰਦੇ ਹਾਂ। ਪਹਿਲਾ ਹੈ ਜੀ ਪ੍ਰਕਿਰਤਿਕ ਭਾਸ਼ਾਵਾਂ ਦੇ ਵਿੱਚ ਜਿਹੜਾ ਪ੍ਰਚਾਰ ਕਰਦੇ ਸੀ ਇਹ 3 ਰਤਨ ਜਿਹੜੇ ਮੰਨੇ ਇਹਨਾਂ ਨੇ, ਸੱਚਾ ਦਰਸ਼ਨ, ਸੱਚਾ ਗਿਆਨ ਅਤੇ ਸੱਚਾ ਆਚਰਣ। ਈਸ਼ਵਰ ਦੀ ਮਾਨਤਾ ਮੰਨਦੇ ਨਹੀਂ ਸੀ ਇਹ, ਆਤਮਾ ਨੂੰ ਮੰਨਦੇ ਸੀਗੇ ਵੀ ਆਤਮਾ ਹੁੰਦੀ ਹੈ ਜੀਵ ਦੀ, ਅਤੇ ਆਤਮਾ ਨੂੰ ਜੀਵ ਕਹਿੰਦੇ ਸੀ ਇਹ। ਪਹਿਲਾਂ ਜਿਹੜਾ ਇਹਨਾਂ ਨੇ ਸ਼ਰਮਣ ਸੀ ਉਪਦੇਸ਼ ਦਿੱਤਾ ਸੀ, ਉਹ ਦਿੱਤਾ ਸੀ ਪਾਵਾਪੁਰੀ ਵਿੱਚ। ਸੁਧਰਮਨ ਬ੍ਰਾਹਮਣ ਸੀਗਾ ਜਿਹੜਾ ਇਹਨਾਂ ਦੀ ਮੌਤ ਸਮੇਂ ਸੀ। ਉਹ ਕੌਣ ਸੀਗੇ? ਸੁਧਰਮਨ। 11 ਚੇਲੇ ਸੀਗੇ, ਇਹਨਾਂ ਨੂੰ ਸਿੱਖਿਆ ਦਿੱਤੀ ਸੀ ਇਹਨਾਂ ਨੇ ਪਹਿਲੇ ਸਰਮਣ ਦੇ ਵਿੱਚ, ਪਹਿਲੇ ਉਪਦੇਸ਼ ਦੇ ਵਿੱਚ ਪਾਵਾਪੁਰੀ ਵਿਖੇ। ਤਾਂ ਉਹਦੇ ਵਿੱਚ ਇਹਨਾਂ ਨੇ 11 ਬ੍ਰਾਹਮਣ ਸੀਗੇ, 11 ਚੇਲੇ ਬਣਾਏ ਸੀ ਆਪਣੇ, ਜਿਨ੍ਹਾਂ ਦੇ ਵਿੱਚੋਂ ਸੁਧਰਮਨ ਸੀ ਬ੍ਰਾਹਮਣ। ਜਦੋਂ ਇਹਨਾਂ ਦੀ ਮੌਤ ਹੋਈ ਉਦੋਂ ਉਹ ਜਿਉਂਦਾ ਸੀ। ਅਤੇ ਜਿਹੜੇ ਇਹ 11 ਚੇਲੇ ਸੀ ਉਹਨਾਂ ਨੂੰ ਗਣਤਰ ਕਿਹਾ ਜਾਂਦਾ ਸੀ। ਇਹਨਾਂ ਨੂੰ ਹੋਰ ਵੀ ਕਈ ਨਾਵਾਂ ਨਾਲ ਜਾਣਿਆ ਜਾਂਦਾ, ਜਿਵੇਂ ਜੈਨ, ਜਤਿੰਦਰ ਜਾਂ ਮਹਾਵੀਰ ਵੀ ਕਹਿ ਦਿੰਦੇ ਆ, ਜਾਂ ਜਿੰਨ ਕਹਿ ਦਿੰਦੇ ਆ। ਜਿਹੜੇ ਇਹਨਾਂ ਦੇ ਫੋਲੋਅਰਸ ਆ ਉਹਨਾਂ ਨੂੰ ਜੈਨਸ ਕਹਿ ਦਿੰਦੇ ਆ, ਇੰਗਲਿਸ਼ 'ਚ ਜੈਨੀਜ਼ ਕਹਿ ਦਿੰਦੇ ਆ। ਅਤੇ ਅਰੀਹੰਤ ਵੀ ਕਿਹਾ ਜਾਂਦਾ ਇਹਨਾਂ ਦੇ ਜਿਹੜੇ ਫੋਲੋਅਰ ਸੀ। 2 ਤਰ੍ਹਾਂ ਦੇ ਹੁੰਦੇ ਸੀ, ਕਵਾਲੀਨ ਅਤੇ ਨਿਰੀਗ੍ਰੰਥ। ਜਿਹੜੇ ਕਵਾਲੀਨ ਹੁੰਦੇ ਸੀ ਉਹ ਪਰਫੈਕਟ ਲਰਨਡ ਸੀ, ਉਹਨਾਂ ਨੂੰ ਸਭ ਕੁਛ ਮਤਲਬ ਸਿੱਖੇ ਸਿਖਾਏ ਹੁੰਦੇ ਸੀ, ਸਿੱਖ ਗਏ ਹੁੰਦੇ ਸੀ ਸਾਰੇ, ਨਿਯਮ ਵਗੈਰਾ ਉਹਨਾਂ ਨੂੰ ਪਤਾ ਹੁੰਦੇ ਸੀ। ਜਿਹੜੇ ਨਿਰੀ ਗ੍ਰੰਥ ਹੁੰਦੇ ਸੀ ਫਰੀ ਫਰੋਮ ਆਲ ਬਾਉਂਡਸ, ਉਹ ਹਰ ਤਰ੍ਹਾਂ ਦੇ ਜਿਹੜੇ ਆਪਾਂ ਕਹਿ ਦਈਏ ਬਾਉਂਡ ਆ, ਸੋਸ਼ਲ ਬਾਉਂਡ ਆ, ਜਾਂ ਆਪਾਂ ਕਹਿ ਦਈਏ ਮਨੁੱਖਤਾ ਦਾ, ਉਹ ਤੋਂ ਸਭ ਤੋਂ ਸੁਤੰਤਰ ਹੋ ਜਾਂਦੇ ਸੀ। ਆਪਣੀਆਂ ਇੰਦਰੀਆਂ 'ਤੇ ਸੀ ਜਿਹੜਾ ਉਹ ਬਸ ਵਿੱਚ ਕਰ ਲੈਂਦੇ ਸੀ ਉਹਨਾਂ ਨੂੰ। ਇਸ ਤੋਂ ਬਿਨਾਂ ਜਿੰਨ ਔਰ ਜਤਿੰਦਰ ਵੀ ਕਿਹਾ ਜਾਂਦਾ ਸੀ, ਜਿਹਦਾ ਭਾਵ ਸੀ ਜੋ ਆਪਦੀਆਂ ਇੰਦਰੀਆਂ 'ਤੇ ਜਿੱਤ ਪ੍ਰਾਪਤ ਕਰਦੇ ਸੀ। ਅਰੀਹੰਤ ਸੀਗੇ ਇੱਕ, ਜਿਹੜੇ ਇਹਨਾਂ ਦੇ ਫੋਲੋਅਰ ਅਰੀਹੰਤ ਕਹਿੰਦੇ ਸੀ, ਉਹਨਾਂ ਨੂੰ ਬਹਾਦਰ ਹੁੰਦੇ ਸੀ ਜਿਹੜੇ, ਉਹਨਾਂ ਨੂੰ ਅਰੀਹੰਤ ਕਿਹਾ ਜਾਂਦਾ ਸੀ। ਦੇਹਾਂਤ, ਜਾਂ ਆਪਾਂ ਜੇ ਇਹਨਾਂ ਦੇ ਦੇਹਾਂਤ ਦੀ ਗੱਲ ਕਰੀਏ ਤਾਂ ਇਹਨਾਂ ਦਾ ਜਿਹੜਾ ਦੇਹਾਂਤ ਹੋਇਆ ਜੀ 468 ਈਸਾ ਪੂਰਵ ਦੇ ਵਿੱਚ, ਜਿਹਨੂੰ ਨਿਰਵਾਣ ਦੀ ਪ੍ਰਾਪਤੀ ਕਿਹਾ ਜਾਂਦਾ। ਉਮਰ ਇਹਨਾਂ ਦੀ ਸੀ 72 ਸਾਲ। ਅਤੇ ਜੋ ਇਹਨਾਂ ਦਾ ਸਥਾਨ ਸੀਗਾ ਜਿੱਥੇ ਇਹਨਾਂ ਦਾ ਨਿਰਵਾਣ ਦੀ ਪ੍ਰਾਪਤੀ ਉਹ ਸੀ ਪਾਵਾਪੁਰੀ, ਜਿੱਥੇ ਇਹਨਾਂ ਨੇ ਪਹਿਲਾ ਉਪਦੇਸ਼ ਵੀ ਦਿੱਤਾ ਸੀ। ਰਾਜਗ੍ਰਹਿ ਵਿਹਾਰ ਦੇ ਵਿੱਚ ਆ, ਜਿਹਨੂੰ ਆਪਾਂ ਰਾਜਗੀਰ ਵੀ ਕਹਿ ਦਿੰਦੇ ਹਾਂ, ਰਾਜਗ੍ਰਹਿ ਵੀ ਕਹਿ ਦਿੰਦੇ ਹਾਂ, ਜਿਹੜਾ ਪਾਵਾਪੁਰੀ ਹੈ ਉੱਥੇ ਸਥਿਤ ਹੈ। ਮ੍ਰਿਤਿੂ ਹੋ ਗਈ ਜਦੋਂ ਇਹਨਾਂ ਦੀ। ਉਸ ਤੋਂ ਬਾਅਦ ਮੱਲ ਅਤੇ ਲਿਸ਼ਵੀ ਸੀ 2 ਪਰਸਨ, ਜਿਨ੍ਹਾਂ ਨੇ ਲੈਂਪ ਫੈਸਟੀਵਲ ਔਰਗਨਾਈਜ਼ ਕੀਤਾ। ਇਹਨਾਂ ਦੀ ਮ੍ਰਿਤਿੂ ਦੇ ਬਾਅਦ ਇਹਨਾਂ ਦੇ
ਜਦੋਂ ਇਹਨਾਂ ਦੀ ਜਿਹੜੀ ਮਤਲਬ ਦੇਹਾਂਤ ਹੋ ਜਾਂਦਾ, ਉਸ ਤੋਂ ਬਾਅਦ ਇਹਨਾਂ ਨੇ ਇਹਨਾਂ ਦੀ ਯਾਦ ਦੇ ਵਿੱਚ ਲੈਂਪ ਫੈਸਟੀਵਲ ਆ ਜਿਹੜਾ ਔਰਗਨਾਈਜ਼ ਕੀਤਾ ਸੀ, ਉਹ ਸੀ ਮੱਲ ਅਤੇ ਲਿਸ਼ਵੀ। ਚੰਦਰਗੁਪਤ ਰਾਜਾ ਸੀ ਜਿਹੜਾ ਚੰਦਰਗੁਪਤ ਮੌਰੀਆ, ਅੰਤਿਮ ਸਮੇਂ ਨੇ ਵੀ ਜੈਨ ਧਰਮ ਗ੍ਰਹਿਣ ਕਰ ਲਿਆ ਸੀ। ਕਿਉਂਕਿ ਜਦੋਂ ਇਹਨਾਂ ਦਾ ਜਿਹੜਾ ਮੌਰੀਆ ਸਾਮਰਾਜ ਸੀ, ਉਸ ਸਮੇਂ ਸੋਕਾ ਪਿਆ ਸੀ 12 ਸਾਲ ਮਗਧ ਦੇ ਵਿੱਚ। ਜਿਹੜਾ ਮਗਧ ਦੇ ਵਿੱਚ ਮੁਖੀ ਚੁਣਿਆ ਸੀ ਲੋਕਾਂ ਨੇ ਇਸ ਧਰਮ ਦਾ, ਉਹ ਸੀ ਜੀ ਸਥੂਲਭੱਦਰ। ਜੈਨ ਭਿਕਸ਼ੂ ਗੰਗਾ ਤੋਂ ਦੱਖਣ ਗਏ, ਜਿਹੜੇ ਜੈਨ ਵਾਲੇ ਸੀਗੇ, ਜੈਨ ਭਿਕਸ਼ੂ ਸੀਗੇ, ਉਹ ਗੰਗਾ ਤੋਂ ਦੱਖਣ ਵੱਲ ਗਏ। ਦੱਖਣ ਵਿੱਚ ਜਾਣ ਵਾਲਾ ਜਿਹੜੇ ਗਏ ਸੀ ਦੱਖਣ ਵੱਲ, ਉਹਨਾਂ ਦੇ ਜਿਹੜਾ ਮੁਖੀ ਸੀ ਉਹ ਭੱਦਰਬਾਹੂ ਸੀ। ਮਗਧ ਵਿੱਚ ਸੀਗਾ ਜਿਹੜਾ ਮੁਖੀ, ਉਹ ਸੀ ਸਥੂਲਭੱਦਰ। ਇਹਨਾਂ ਨੇ 5 ਨਿਯਮ ਦਿੱਤੇ ਮਹਾਵੀਰ ਨੇ, ਜਿਹੜੇ ਆਲਰੇਡੀ ਪਹਿਲਾਂ ਆਪਾਂ ਕਰ ਚੁੱਕੇ ਹਾਂ। ਜਿਹੜੇ 4 ਦਿੱਤੇ ਹੋਏ ਸੀ ਪਾਰਸ਼ਵਨਾਥ ਨੇ ਦਿੱਤੇ ਸੀ, ਅਤੇ ਪਰ ਇਹਨਾਂ ਨੇ ਇੱਕ ਹੀ ਜੋੜਿਆ ਸੀ ਉਹਦੇ ਵਿੱਚ ਐਕਸਟਰਾ, ਬ੍ਰਹਮਾਚਾਰੀਆ। ਬਾਕੀ ਸੇਮ ਸੀ, ਹਿੰਸਾ, ਸੱਤਿਆ, ਆਚਾਰੀਆ ਜਾਂ ਅਸੱਤਿਆ ਜਾਂ ਚੋਰੀ ਨਾ ਕਰਨਾ, ਅਪਗ੍ਰਹਿ, ਜਾਇਦਾਦ ਨਾ ਰੱਖਣਾ। ਇਹਨਾਂ ਨੇ ਜਿਹੜਾ ਨਵਾਂ ਜੋੜਿਆ ਸੀਗਾ, ਜਿਹਨੂੰ ਆਪਾਂ ਨਿਯਮ ਕਹਿ ਲਈਏ ਜਾਂ ਵਰਤ ਕਹਿ ਲਈਏ, ਉਹ ਸੀ ਬ੍ਰਹਮਾਚਾਰੀਆ। ਮਹਾਵੀਰ ਨੇ ਜਿਹੜੇ 2 ਤਰ੍ਹਾਂ ਦੇ ਵਰਤ ਵੀ ਦੱਸੇ ਸੀ, ਇੱਕ ਅਣੁਵਰਤ ਸੀ, ਇੱਕ ਮਹਾਵਰਤ ਸੀ। ਜਿਹੜਾ ਕਿ ਅਣੁਵਰਤ ਸੀ ਉਹ ਗ੍ਰਹਿਸਤ ਲਈ ਸੀ, ਮਹਾਵਰਤ ਸੀ ਸਾਧੂਆਂ ਲਈ। ਅਤੇ 2 ਭਾਗ ਹੋ ਗਏ ਸੀਗੇ ਤਾਂ ਜਦੋਂ ਇਹਨਾਂ ਦੀਆਂ ਜਿਹੜੀਆਂ ਸਭਾਵਾਂ ਹੋਈਆਂ ਸੀਗੀਆਂ ਜੈਨ ਧਰਮ ਦੀਆਂ, ਤਾਂ ਉਸ ਸਮੇਂ ਜਿਹੜੀ ਪਹਿਲੀ ਜੈਨ ਸਭਾ ਹੋਈ ਸੀ ਉਹਦੇ ਵਿੱਚ 2 ਭਾਗਾਂ 'ਚ ਵੰਡਿਆ ਗਿਆ ਸੀਗਾ, ਸਤੰਬਰ ਅਤੇ ਦਿਗੰਬਰ ਦੇ ਵਿੱਚ। ਜਿਹੜੇ ਸਤੰਬਰ ਵਾਲੇ ਸੀ ਉਹਨਾਂ ਦਾ ਮੁਖੀ ਸੀ ਜੀ ਸਥੂਲਭੱਦਰ, ਦਿਗੰਬਰ ਵਾਲੇ ਸੀ ਉਹਨਾਂ ਦਾ ਮੁਖੀ ਸੀ ਭੱਦਰਬਾਹੂ। ਇਹਨਾਂ 'ਚ ਫਰਕ ਕੀ ਸੀ? ਜਿਹੜਾ ਸਥੂਲਭੱਦਰ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ, ਮਗਧ 'ਚ ਮੁਖੀ ਸੀ, ਜਿਹੜਾ ਭੱਦਰਬਾਹੂ ਸੀ ਜਿਹੜੇ ਦੱਖਣ ਵੱਲ ਭਿਕਸ਼ੂ ਗਏ ਸੀ, ਉਹਨਾਂ ਦਾ ਲੀਡਰ ਸੀ ਜਾਂ ਮੁਖੀ ਸੀ, ਆਪਾਂ ਕਹਿ ਲਈਏ ਹੈੱਡ ਸੀ। ਜਿਹੜੇ ਸਤੰਬਰ ਵਾਲੇ ਸੀ ਉਹ ਸਫੈਦ ਕੱਪੜੇ ਪਾਉਂਦੇ ਸੀਗੇ, ਅਤੇ ਮਤਲਬ ਜਿਹੜੇ ਹੁਣ ਦਿਗੰਬਰ ਵਾਲੇ ਸੀ ਉਹ ਨੰਗੇ ਰਹਿੰਦੇ ਸੀ, ਜਿਵੇਂ ਕਿ ਮਹਾਵੀਰ ਸੀਗੇ। ਅਤੇ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਇਹਨਾਂ ਦੀ ਜਿਹੜੀ ਪ੍ਰਸਿੱਧ ਪੁਸਤਕ ਹੈ, ਉਹ ਹੈ ਜੀ ਕਲਪਸੂਤਰ, ਜਿਸ ਦੇ ਬਾਰੇ ਬਹੁਤ ਟਾਈਮ ਕੁਐਸਚਨ ਆ ਜਿਹੜਾ ਪੁੱਛਿਆ ਗਿਆ। ਕਲਪਸੂਤਰ ਹੈ ਜਿਹੜੀ ਪੁਸਤਕ, ਇਹ ਹੈਗੀ ਆ ਭੱਦਰਬਾਹੂ ਨੇ ਲਿਖੀ ਆ। ਇਹਦੇ ਵਿੱਚ ਇਹ 24 ਤੀਰਥੰਕਰ ਆ ਜਿਹੜੇ ਇਹਨਾਂ ਦੇ ਜੀਵਨੀ ਆ, ਜਿਹੜੀ ਉਹਨਾਂ ਦੇ ਜੀਵਨ ਬਾਰੇ ਵਿਸਥਾਰਪੂਰਵਕ ਵਰਣਨ ਕੀਤਾ ਗਿਆ। ਇਹਦੇ ਵਿੱਚ ਪਹਿਲੀ ਜੈਨ ਸਭਾ ਸੀਗੀ, ਜੇ ਜੈਨ ਸਭਾ ਦੇ ਬਾਰੇ ਕਰੀਏ, 2 ਜੈਨ ਸਭਾ ਹੋਈਆਂ। ਪਹਿਲੀ ਹੋਈ ਸੀ ਜੀ 298 BC ਦੇ ਵਿੱਚ, ਸਥਾਨ ਸੀ ਪਾਟਲੀਪੁੱਤਰ। ਪ੍ਰਧਾਨ ਸੀਗੇ ਇਸ ਪਹਿਲੀ ਜੈਨ ਸਭਾ ਦੇ ਸਥੂਲਭੱਦਰ, ਉਪ ਪ੍ਰਧਾਨ ਸੀ ਭੱਦਰਬਾਹੂ। 2 ਭਾਗ ਬਣੇ ਸੀਗੇ, ਦਿਗੰਬਰ ਅਤੇ ਸਤੰਬਰ, ਆਪਾਂ ਆਲਰੇਡੀ ਕਰ ਚੁੱਕੇ ਹਾਂ, ਜਿਹਨੂੰ ਦਿਗੰਬਰ ਅਤੇ ਸਵੇਤਾਂਬਰ ਵੀ ਕਿਹਾ ਜਾਂਦਾ। ਦੂਜੀ ਜੈਨ ਸਭਾ ਹੋਈ ਸੀ 512 AD 'ਚ, ਸਥਾਨ ਸੀ ਵੱਲਭੀ, ਗੁਜਰਾਤ ਦੇ ਵਿੱਚ। ਪ੍ਰਧਾਨ ਸੀ ਦੇਵਾਰਦ, ਜਿਹਨੂੰ ਦੇਵਰਿਸ਼ੀ ਵੀ ਕਿਹਾ ਜਾਂਦਾ। ਜੇਕਰ ਆਪਾਂ ਲਿਪੀ ਇਹਨਾਂ ਦੇ ਸਾਹਿਤ ਦੀ ਗੱਲ ਕਰੀਏ, ਤਾਂ ਜਿਹੜਾ ਲਿਪੀਬੱਧ ਜੈਨ ਸਾਹਿਤ ਸੀ ਉਹਨੂੰ ਅਗਮ ਕਿਹਾ ਜਾਂਦਾ ਸੀ। ਜਿਹੜਾ ਕਿ ਆਪਾਂ ਕਹਿ ਦਈਏ ਸੰਪੂਰਨ ਸਾਹਿਤ ਸੀਗਾ, ਉਹਨੂੰ ਅਗਮ ਕਿਹਾ ਜਾਂਦਾ ਸੀ। ਉਂਝ ਇਹਨਾਂ ਦਾ ਜਿਹੜਾ ਸਾਹਿਤ ਉਹਨੂੰ ਅੰਗ ਵੀ ਕਹਿ ਲਿਆ ਜਾਂਦਾ ਸੀਗਾ, ਅੰਗ ਵੀ ਕਹਿ ਲੈਂਦੇ ਸੀ, ਅਤੇ ਜਿਹੜਾ ਲਿਪੀਬੱਧ ਹੁੰਦਾ ਸੀ ਇਹਨੂੰ ਆਗਮ ਕਹਿੰਦੇ ਸੀ। ਪ੍ਰਸਿੱਧ ਜੈਨ ਕੇਂਦਰ ਸੀ ਜਿਹੜੇ, ਜੇ ਪ੍ਰਸਿੱਧ ਜੈਨ ਕੇਂਦਰ ਦੀ ਗੱਲ ਕਰੀਏ ਤਾਂ ਉਹ ਦੱਖਣ ਭਾਰਤ ਦੇ ਵਿੱਚ ਆ, ਅਤੇ ਨਾਮ ਹੈਗਾ ਜੀ ਉਸ ਪ੍ਰਸਿੱਧ ਜੈਨ ਕੇਂਦਰ ਦਾ ਸਰਵਣਬੇਲਗੋਲਾ, ਕਰਨਾਟਕ ਦੇ ਵਿੱਚ ਆ ਇਹ। ਮੰਦਰਾਂ ਦੀ ਗੱਲ ਕਰੀਏ ਤਾਂ ਜਿਹੜਾ ਦਿਲਾਵੜਾ ਜੈਨ ਮੰਦਰ ਆ, ਉਹ ਚਾਲੁਕਿਆ ਜਾਂ ਸੋਲੰਕੀ ਵੰਸ਼ ਦੇ ਜਿਹੜੇ ਰਾਜੇ ਸੀ ਉਹਨਾਂ ਨੇ ਇਹਦਾ ਨਿਰਮਾਣ ਕਰਵਾਇਆ। ਖੁਜਰਾਓ 'ਚ ਜਿਹੜੇ ਜੈਨ ਮੰਦਰਾਂ ਦਾ ਨਿਰਮਾਣ ਕਰਾਇਆ ਜੀ ਚੰਦੇਲਾਂ ਨੇ। ਜੇਕਰ ਆਪਾਂ ਗੱਲ ਕਰੀਏ ਕਿ ਕਿਹੜੇ ਰਾਜੇ ਸੀ ਕਿ ਜਿਨ੍ਹਾਂ ਨੇ ਜੈਨ ਧਰਮ ਨੂੰ ਅਪਣਾਇਆ ਸੀ, ਤਾਂ ਪਹਿਲਾਂ ਸੀ ਆਪਾਂ ਗੱਲ ਕਰਦੇ ਹਾਂ ਜੀ, ਤਾਂ ਉਦਯਾਇਨ, ਚੰਦਰਗੁਪਤ ਮੌਰੀਆ, ਕਲਿੰਗ ਨਰੇਸ਼ ਖਾਰਵੇਟਨ, ਰਾਸ਼ਟਰਕੂਟ ਰਾਜਾ ਅਮੋਘ ਵਰਸ਼, ਇਹਨਾਂ ਨੇ ਜੈਨ ਧਰਮ ਨੂੰ ਅਪਣਾਇਆ ਸੀ। ਇਸ ਤੋਂ ਇਲਾਵਾ ਮਗਧ ਸਮਰਾਟ ਬਿੰਬੀਸਾਰ ਅਤੇ ਅਜਾਤਸ਼ਤਰੂ ਨੇ ਵੀ ਇਸ ਧਰਮ ਦੇ ਅਨੁਯਾਈ ਸੀ। ਜੇਕਰ ਆਪਾਂ ਗੱਲ ਕਰੀਏ ਕਿ ਜਿਹੜੀ ਪਹਿਲੀ ਭਿਕਸ਼ਨੀ ਸੀ, ਜਾਂ ਆਪਾਂ ਕਹਿ ਦਈਏ ਸਿਸ ਸੀ, ਜਿਹੜੀ ਔਰਤ ਸੀਗੀ, ਉਹ ਬਣੀ ਸੀ ਜੀ ਚੰਦਨਾ, ਜੋ ਕਿ ਚੰਪਾ ਦਾ ਦਧੀਵਾਹਨ ਰਾਜਾ ਉਸਦੀ ਪੁੱਤਰੀ ਸੀ, ਅਤੇ ਨਾਮ ਸੀ ਉਹਦਾ ਚੰਦਨਾ। ਜਿਹੜੀਆਂ ਇਹਨਾਂ ਦੀਆਂ ਨਵੀਆਂ ਪੁਸਤਕਾਂ ਉਹਨਾਂ ਨੂੰ ਅੰਗ ਕਿਹਾ ਜਾਂਦਾ, ਜਾਂ ਆਪਾਂ ਕਹਿ ਦਈਏ ਨਵਾਂ ਸਾਹਿਤ ਆ ਉਹਨੂੰ ਅੰਗ ਕਹਿੰਦੇ ਆ। ਜਿਹੜਾ ਪੁਰਾਣਾ ਸਾਹਿਤ ਆ ਜਾਂ ਪੁਰਾਣੀਆਂ ਪੁਸਤਕਾਂ ਉਹਨਾਂ ਨੂੰ ਪੂਰਵ ਕਿਹਾ ਜਾਂਦਾ। ਮੁੱਖ ਪ੍ਰਚਾਰ ਕੇਂਦਰ ਆ ਜਿਹੜੇ ਇਹਨਾਂ ਦੇ, ਉਹ ਸੀ ਮਗਧ, ਅੰਗ, ਮੱਲ, ਵਿਦੇਹ ਅਤੇ ਕੌਸ਼ਲ। ਆਤਮਾ ਨੂੰ
ਇਹ ਜੀਵ ਕਹਿੰਦੇ ਸੀ। ਸੋ ਅੱਜ ਦੀ ਜਿਹੜੀ ਕਲਾਸ ਹੈ ਜੀ ਇੱਥੇ ਹੀ ਸਮਾਪਤ ਹੁੰਦੀ ਹੈ। ਆਸ ਹੈ ਕਿ ਤੁਹਾਨੂੰ ਇਹ ਕਲਾਸ ਬਹੁਤ ਪਸੰਦ ਆਈ ਹੋਵੇਗੀ। ਅਗਰ ਤੁਹਾਨੂੰ ਕੋਈ ਸੁਝਾਅ ਦੇਣਾ ਤੁਸੀਂ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਆਪਣੀ ਸੁਝਾਅ ਦੇਣਾ ਅਤੇ ਆਪਣੀ ਜਿਹੜੀ ਤਿਆਰੀ ਹੈ ਸਮਾਜਿਕ ਸਿੱਖਿਆ ਦੀ ਕਰਦੇ ਰਹੋ। ਧੰਨਵਾਦ।